ਦੇ ਅਨੂਪਮ ਅਲਾਹੀ ਦਰਬਾਰ ਵਿੱਚ ਨਾ ਕੇਵਲ ਕੀਰਤਨ ਕਥਾ ਧਰਮ ਉਪਦੇਸ਼ ਦਾ ਪ੍ਰਵਾਹ ਚੱਲਦਾ ਸੀ, ਨਾ ਕੇਵਲ ਬੀਰ ਰਸੀ ਅਤੇ ਅਭਿਆਸ ਆਪਣੇ ਜਾਹੋ ਜਲਾਲ 'ਤੇ ਸੀ, ਨਾ ਕੇਵਲ ਸ਼ਸਤਰਾਂ ਦੀ ਘਾੜਤ ਅਤੇ ਟੁਨਕਾਰ ਸੀ, ਸਗੋਂ ਵਿਦਿਆ ਕਲਾ ਅਤੇ ਕਵਿਤਾ ਦੀ ਰੌਣਕ ਵੀ ਬਾਕਮਾਲ ਸੀ। ਦੇਸ਼ ਭਰ ਵਿੱਚੋਂ ਜ਼ੁਲਮ ਸਤਮ ਤੋਂ ਪੀੜਤ ਹੁਕਮਰਾਨਾਂ ਦੇ ਸਤਾਏ ਹੋਏ ਗੁਣੀ ਆਪ ਜੀ ਦੀ ਸ਼ਰਨ ਵਿੱਚ ਆਉਂਦੇ ਰਹਿੰਦੇ ਸਨ। ਬਹੁਤ ਸਾਰੇ ਵਿਦਵਾਨ ਆਪ ਜੀ ਦੇ ਬੇਨਜ਼ੀਰ ਦਾਨ ਮਾਨ ਅਤੇ ਸਨਮਾਨ ਦੀ ਸੋਭਾ ਸੁਣ ਕੇ ਆਪ ਜੀ ਦੇ ਦਰਬਾਰ ਵਿੱਚ ਆਏ। ਕਈ ਨਿਰਾਸ਼ ਵਿਦਵਾਨ ਆਪਣੀ ਚੰਗੇ ਭਵਿੱਖ ਲਈ ਆਪ ਜੀ ਦੇ ਚਰਨਾਂ ਵਿੱਚ ਆ ਟਿਕੇ। ਇਵੇਂ ਆਪ ਜੀ ਦੇ ਰੂਹਾਨੀ ਦਰਬਾਰ ਵਿੱਚ ਗੁਣੀਆਂ ਵਿਦਵਾਨਾਂ ਕਵੀਆਂ ਕਲਮਕਾਰਾਂ ਦਾ ਚੋਖਾ ਸੰਗਠਨ ਹੋ ਗਿਆ, ਜਿਨ੍ਹਾਂ ਨੂੰ ਦਰਬਾਰੀ ਰਤਨ ਕਿਹਾ ਜਾਂਦਾ ਸੀ, ਜਿਨ੍ਹਾਂ ਨੇ ਸਾਹਿਤ ਰਚਨਾ ਅਤੇ ਪ੍ਰਚਾਰ ਵਿੱਚ ਗੁਰੂ ਸਾਹਿਬ ਜੀ ਦਾ ਸਾਥ ਦਿੱਤਾ। ਭਾਵੇਂ ਵਿਦਵਾਨਾਂ ਦਾ ਤਨ ਤਾਂ ਲੱਗਾ ਰਹਿੰਦਾ ਸੀ, ਪਰ 52 ਦਰਬਾਰੀ ਰਤਨ ਕਵੀ ਪੱਕੇ ਤੌਰ 'ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹੇ। ਗੁਰੂ ਸਾਹਿਬ ਜੀ ਦੇ ਨਾਲ ਇਹਨਾਂ ਵਿਦਵਾਨਾਂ ਨੇ ਦੂਸਰੇ ਧਰਮ ਗ੍ਰੰਥਾਂ ਦਾ ਅਨੁਵਾਦ ਵੀ ਕੀਤਾ। ਪਾਉਂਟਾ ਸਾਹਿਬ ਦੀ ਧਰਤੀ 'ਤੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਹੋਈ ਹੈ। ਗੁਰੂ ਸਾਹਿਬ ਜੀ ਨੂੰ ਆਪ ਵੀ ਕਵਿਤਾ ਦਾ ਬੜਾ ਸ਼ੌਕ ਸੀ। ਉਹ ਆਪਣੀ ਨਿਗਰਾਨੀ ਹੇਠ ਹਰ ਪੂਰਨਮਾਸ਼ੀ ਦੇ ਦਿਨ ਪਾਉਂਟਾ ਸਾਹਿਬ ਵਿਖੇ ਕਾਵਿ ਗੋਸ਼ਟੀਆਂ ਕਰਵਾਉਂਦੇ ਅਤੇ ਕਵੀਆਂ ਨੂੰ ਮਾਨ ਸਨਮਾਨ ਨਾਲ ਨਵਾਜਦੇ। ਪਾਉਂਟਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਕਵੀ ਦਰਬਾਰ ਸਥਾਨ 'ਤੇ ਪੂਰਨਮਾਸ਼ੀ ਦੇ ਦਿਨ ਕਵੀ ਦਰਬਾਰ ਸਜਾਏ ਜਾਂਦੇ ਹਨ। ਉਸ ਸਮੇਂ ਦੇ ਕਾਵਿ ਪ੍ਰਭਾਵ ਤੋਂ ਸੇਧ ਲੈ ਕੇ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਦੂਰ ਦਰਾੜ ਦੇ ਗੁਰਦੁਆਰਿਆਂ ਵਿੱਚ ਕਈ ਵਾਰ ਧਾਰਮਿਕ ਕਵੀ ਦਰਬਾਰ ਸਜਾਏ ਗਏ ਹਨ। ਸੰਗਤਾਂ ਦੇ ਪ੍ਰਬੰਧਕਾਂ ਦੇ ਸੁਹਿਰਦ ਸਹਿਯੋਗ ਨਾਲ ਧਾਰਮਿਕ ਕਵੀ ਦਰਬਾਰ ਸਫਲ ਹੁੰਦੇ ਜਾ ਰਹੇ ਹਨ। ਅਖਬਾਰਾਂ ਰਾਹੀਂ ਇਹਨਾਂ ਪ੍ਰੋਗਰਾਮਾਂ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾਂਦਾ ਹੈ। ਗੁਰਬਤ ਆਸ਼ੇ ਅਨੁਸਾਰ ਧਰਮ ਅਤੇ ਸਿੱਖ ਵਿਰਸੇ ਦਾ ਸੰਕਲਪ ਦ੍ਰਿੜ ਕਰਵਾਇਆ ਜਾਂਦਾ ਹੈ। ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਬਾਣੀ 'ਤੇ ਵਿਚਾਰ ਕਰਾਂਗੇ ਅਤੇ ਮੇਰੇ ਨਾਲ ਜੋ ਹਾਜ਼ਰ ਕਵੀ ਹਨ ਉਹ ਆਪਣੀਆਂ ਕਵਿਤਾਵਾਂ ਨਾਲ ਸਾਂਝ ਪਾਉਂਦੇ ਰਹਿਣਗੇ। ਬੇਨਤੀ ਕਰਦਾ ਹਾਂ ਜਸਦੀਪ ਸਿੰਘ ਫਰੀਮੌਨ। ठीकर फोर दलीस सैर प्रभपुर किया प्यान, तेग बहादुर सी क्रिया करी ना कहूँ आन। सत्कारयोग साध संगत जी, फतेह बुलाओ। वाहिगुरु जी का खालसा, वाहिगुरु जी की फतेह। दुनिया वेख्या चांदनी चौंक अंदर, दुनिया वेख्या चांदनी चौंक अंदर, गुरु साहिब ते तेग दा वार होया। धरती कंबी आसमान भी डोल गया, तकिया जिसने भी वार वार रोया। औखा किसी लई है कुर्बान होना, औखा किसी लई है कुर्बान होना। जेकर होया ते कलगी धर होया, दिल्ली दहल गई दर्द दे नाल उदों, कमलजीत लिखदा ताही मार रोया। कविता पिता दशमेश दया। पिता दशमेश दया, पिता दशमेश दया, शीस देण वालिया, तेरी कुर्बानी ने सी देश नूं बचा लिया। पिता दशमेश दया, शीस देण वालिया, तेरी कुर्बानी ने सी देश नूं बचा लिया। पिता दशमेश दया। पंडितां ने दिल वाला दुखड़ा सुनाया सी, सतगुरु तुसी मुखों हस फरमाया सी। पंडितां ने दिल वाला
ਦੁਖੜਾ ਸੁਣਾਇਆ ਸੀ ਸਤਿਗੁਰੂ ਤੁਸੀਂ ਮੁਖੋਂ ਹੱਸ ਫਰਮਾਇਆ ਸੀ। ਸੀਸ ਲੈ ਲਓ ਮੇਰਾ, ਸੀਸ ਲੈ ਲਓ ਮੇਰਾ, ਜਾਵੇ ਧਰਮ ਜੇ ਸੰਭਾਲਿਆ। ਤੇਰੀ ਕੁਰਬਾਨੀ ਨੇ ਸੀ ਦੇਸ਼ ਨੂੰ ਬਚਾ ਲਿਆ। ਪਿਤਾ ਦਸਮੇਸ਼ ਦਿਆ, ਤੇਰੀ ਕੁਰਬਾਨੀ ਉਤੋਂ ਜਾਵਾਂ ਕੁਰਬਾਨ ਮੈਂ। ਤੇਰੀਆਂ ਦਲੇਰੀਆਂ ਤੋਂ ਵਾਰਾਂ ਜਿੰਦ ਜਾਨ ਮੈਂ। ਤੇਰੀ ਕੁਰਬਾਨੀ ਉਤੋਂ ਜਾਵਾਂ ਕੁਰਬਾਨ ਮੈਂ। ਤੇਰੀਆਂ ਦਲੇਰੀਆਂ ਤੋਂ ਵਾਰਾਂ ਜਿੰਦ ਜਾਨ ਮੈਂ। ਸੱਚ ਪਿੱਛੇ ਹੱਸ ਕੇ, ਸੱਚ ਪਿੱਛੇ ਹੱਸ ਕੇ ਤੂੰ ਸੀਸ ਕਟਵਾ ਲਿਆ। ਤੇਰੀ ਕੁਰਬਾਨੀ ਨੇ ਸੀ ਦੇਸ਼ ਨੂੰ ਬਚਾ ਲਿਆ। ਪਿਤਾ ਦਸਮੇਸ਼ ਦਿਆ, ਲਹੂ ਤੇਰੇ ਨਾਲ ਇਨਕਲਾਬ ਗਿਆ ਲਿਖਿਆ। ਲਹੂ ਤੇਰੇ ਨਾਲ ਇਨਕਲਾਬ ਗਿਆ ਲਿਖਿਆ। ਕੌਮ ਉਤੋਂ ਜਾਨ ਦੇਣੀ ਲੋਕਾਂ ਤੈਥੋਂ ਸਿੱਖਿਆ। ਕੌਮ ਉਤੋਂ ਜਾਨ ਦੇਣੀ ਸਿੰਘਾਂ ਤੈਥੋਂ ਸਿੱਖਿਆ। ਖੂਨ ਪਾ ਕੇ ਸ਼ੁਗਲ, ਖੂਨ ਪਾ ਕੇ ਸ਼ੁਗਲ, ਬੂਟਾ ਧਰਮ ਦਾ ਤੂੰ ਪਾਲਿਆ। ਤੇਰੀ ਕੁਰਬਾਨੀ ਨੇ ਸੀ ਦੇਸ਼ ਨੂੰ ਬਚਾ ਲਿਆ। ਪਿਤਾ ਦਸਮੇਸ਼ ਦਿਆ, ਸੀਸ ਦੇਣ ਵਾਲਿਆ। ਤੇਰੀ ਕੁਰਬਾਨੀ ਨੇ ਸੀ ਦੇਸ਼ ਨੂੰ ਬਚਾ ਲਿਆ। ਤੇਰੀ ਕੁਰਬਾਨੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰਤਾ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਹੇ ਭਾਈ, ਜੇ ਤੈਨੂੰ ਪ੍ਰਭੂ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ। ਲੋਕ ਲਾਗ ਛੱਡ ਕੇ ਹਉਮੈ ਨੂੰ ਦੂਰ ਕਰਕੇ ਆ। ਪ੍ਰਭੂ ਪ੍ਰੀਤ ਦੇ ਇਸ ਰਸਤੇ ਵਿੱਚ ਤਦੇ ਹੀ ਪੈਰ ਧਰਿਆ ਜਾ ਸਕਦਾ ਹੈ ਜਦੋਂ ਸਿਰ ਭੇਂਟ ਕੀਤਾ ਜਾਵੇ, ਪਰ ਕੋਈ ਝਿਜਕ ਨਾ ਕੀਤੀ ਜਾਵੇ। ਜਦੋਂ ਬਿਨਾਂ ਕਿਸੇ ਝਿਜਕ ਦੇ ਲੋਕ ਲਾਜ ਅਤੇ ਹਉਮੈ ਛੱਡੀ ਜਾਵੇ। ਸਿੱਖ ਧਰਮ ਦੀ ਨੀਂਹ ਸੱਤ ਅਤੇ ਕੁਰਬਾਨੀ 'ਤੇ ਰੱਖੀ ਗਈ ਹੈ। ਸਿੱਖ ਧਰਮ ਦਾ ਸੰਕਲਪ ਹੈ ਮਨੁੱਖਤਾ ਦੀ ਭਲਾਈ ਅਤੇ ਮਨੁੱਖ ਦੀ ਮੁਕੰਮਲ ਆਜ਼ਾਦੀ ਹੈ। ਫਿਰ ਇਸ ਵਾਸਤੇ ਕੁਰਬਾਨੀ ਦੀ ਲੋੜ ਪਵੇ ਤਾਂ ਪਿੱਛੇ ਨਾ ਹਟਿਆ ਜਾਵੇ। ਸਿਰ ਧੜ ਦੀ ਬਾਜੀ ਲਗਾ ਕੇ ਸ਼ਹੀਦ ਹੋਣਾ ਹੈ। ਸਿੱਖ ਧਰਮ ਵਿੱਚ ਜ਼ੁਲਮ ਖਿਲਾਫ ਜੂਝ ਕੇ ਸ਼ਹੀਦ ਹੋਣ ਦੀਆਂ ਬੇਮਿਸਾਲ ਲਾਸਾਨੀ ਸ਼ਹੀਦੀਆਂ ਦਰਜ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ। ਮਨੁੱਖਤਾ ਦੇ ਭਲੇ ਲਈ ਅਤੇ ਰੱਖਿਆ ਲਈ ਹਮੇਸ਼ਾ ਸਿੰਘਾਂ ਨੇ ਅਜਿਹੀਆਂ ਸ਼ਹਾਦਤਾਂ ਦਿੱਤੀਆਂ ਕਿ ਸ਼ਹਾਦਤਾਂ ਦੀ ਹੱਦ ਹੀ ਮੁਕਾ ਦਿੱਤੀ। ਦੁਨੀਆ ਦੇ ਇਤਿਹਾਸ ਵਿੱਚ ਤਪ, ਤਿਆਗ, ਸੇਵਾ, ਸੰਜਮ ਅਤੇ ਬਹਾਦਰੀ ਦੀਆਂ ਅਨੇਕ ਮਿਸਾਲਾਂ ਮਿਲ ਸਕਦੀਆਂ ਹਨ, ਪਰ ਸਿੱਖ ਇਤਿਹਾਸ ਵਿੱਚ ਕਿਸੇ ਆਦਰਸ਼ ਲਈ ਸ਼ਹੀਦ ਹੋਣ ਦੀ ਪਰੰਪਰਾ ਹੈ। ਉਸੇ ਪਰੰਪਰਾ ਹੇਠ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬੇਮਿਸਾਲ ਸ਼ਹੀਦੀ ਦਿੱਤੀ ਹੈ। ਭਾਈ ਤਰਸੇਮ ਸਿੰਘ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰ ਜੀ ਬੈਠੀ ਸਾਧ ਸੰਗਤ ਜੀਓ, ਸਾਰੇ ਜਾਣੇ ਮਿਲ ਕੇ ਫਤਿਹ ਬੁਲਾਇਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜੋ ਕਵੀ ਦਰਬਾਰ ਹੈ ਇਹ ਦੀ ਸ਼ੁਰੂਆਤ ਕੀਤੀ ਸੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ। ਉਹਦੇ ਵਿੱਚ ਸਾਹਮਣੇ ਮੈਂ ਕੁਝ ਇਸ ਤਰ੍ਹਾਂ ਕਹਿਣਾ ਚਾਹੁੰਦਾ ਹਾਂ। ਤੇਗ ਤੋਂ ਵੱਧ ਤਾਕਤ ਹੈ ਕਲਮ ਦੇ ਵਾਰ ਦੇ ਅੰਦਰ, ਹੈ ਭਾਦਾ ਕਵੀ ਜੋ ਬਾਰੂਦ ਇਸ ਹਥਿਆਰ ਦੇ ਅੰਦਰ। ਉਹਨਾਂ ਸਿੱਖਾਂ ਤੇ ਕਲਗੀਧਰ ਬੜੇ ਪ੍ਰਸੰਨ ਹੁੰਦੇ, ਜੈਕਾਰੇ ਛੱਡਦੇ ਨੇ ਜੋ ਕਵੀ ਦਰਬਾਰ ਦੇ ਅੰਦਰ। ਅਤੇ ਕਵੀ ਜਿਨ੍ਹਾਂ ਜੋ ਰਚਨਾ ਸੁਣਦੇ ਸਨ, ਗੁਰੂ ਜੀ ਆਪ ਸੁਣਦੇ ਸੀ, ਤਾਂ ਉਹਨਾਂ ਦੀ ਰਚਨਾ ਸੁਣਾਉਂਦੇ ਸਨ। ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ 9ਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਰੇ। ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਦਿੱਲੀ ਚਾਂਦਨੀ ਚੌਕ ਵਿੱਚ ਜਾ ਕੇ ਉੱਥੇ ਸ਼ਹੀਦੀ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਉੱਥੇ ਉਸਦੇ ਕੋਲ ਜਾ ਕੇ, ਉਹਦੀ ਗੱਲ ਇਸ ਤਰ੍ਹਾਂ ਹੈ ਕਿ ਦਿੱਲੀ ਵਿੱਚ, ਇੰਡੀਆ ਦੇ ਵਿੱਚ ਇੱਕ ਸ਼ਹਿਰ ਹੈ, ਸ਼ਹਿਰ ਦਾ ਨਾਮ ਹੈ ਔਰੰਗਾਬਾਦ। ਔਰੰਗਾਬਾਦ ਦੇ ਵਿੱਚ ਉਸ ਦੀ ਕਬਰ ਬਣੀ ਹੋਈ ਹੈ ਔਰੰਗਜ਼ੇਬ ਦੀ। ਉਹਦੀ ਮੈਂ ਗੱਲ ਇਸ ਤਰ੍ਹਾਂ ਕਰਨ ਲੱਗਿਆ ਹਾਂ। ਔਰੰਗਾਬਾਦ ਔਰੰਗੇ ਦੀ ਕਬਰ ਉੱਤੇ ਮਿੱਟੀ ਕੱਟਾ ਹਮੇਸ਼ਾ ਰਹਿੰਦਾ ਹੈ। ਔਰੰਗਾਬਾਦ ਔਰੰਗੇ ਦੀ ਕਬਰ ਉੱਤੇ ਮਿੱਟੀ ਕੱਟਾ ਹਮੇਸ਼ਾ ਰਹਿੰਦਾ ਹੈ। ਪਰ 9ਵੇਂ ਪਾਤਸ਼ਾਹ ਦਾ ਸੋਹਣਾ ਗੁਰਦੁਆਰਾ ਸੋਨੇ ਚਾਂਦੀ ਜੀ ਦੇ ਕਲਸਾਂ ਨਾਲ ਸਜਦਾ ਹੈ। ਇੱਧਰ ਲੱਖਾਂ ਪਏ ਪ੍ਰਾਣੀ ਕਰਨ ਸੇਵਾ, ਇੱਧਰ ਲੱਖਾਂ ਪ੍ਰਾਣੀ ਪਏ ਕਰਨ ਸੇਵਾ। ਉੱਧਰ ਕਬਰ 'ਤੇ ਝਾੜੂ ਵੀ ਨਾ ਕਦੇ ਵੱਜਦਾ ਏ। ਇੱਧਰ ਗੁਰੂ ਕਾ ਲੰਗਰ ਅਤੁੱਟ ਵਰਤੇ, ਉੱਧਰ ਕੀੜੀਆਂ ਨੂੰ ਵੀ ਅੰਨ ਨਾ ਮਿਲਦਾ ਏ। ਔਰੰਗਜ਼ੇਬ ਦੇ ਮੱਥੇ ਦੇ ਦਾਗ ਐਨੇ, ਔਰੰਗਜ਼ੇਬ ਦੇ ਮੱਥੇ 'ਤੇ ਦਾਗ ਐਨੇ, ਜਿਹਨੂੰ ਜਮਨਾ ਦਾ ਪਾਣੀ ਵੀ ਨਹੀਂ ਧੋ ਸਕਦਾ। ਪਰ ਗੁਰੂ ਤੇਗ ਬਹਾਦਰ ਨੂੰ ਜਪਣ ਵਾਲਾ, ਪਰ ਗੁਰੂ ਤੇਗ ਬਹਾਦਰ ਨੂੰ ਜਪਣ ਵਾਲਾ ਕਦੇ ਨਰਕਾਂ ਦਾ ਭਾਗੀ ਨਹੀਂ ਹੋ ਸਕਦਾ। ਧੰਨ ਗੁਰੂ 9ਵੇਂ ਪਾਤਸ਼ਾਹ, ਤੇਰਾ ਕੋਈ ਨਹੀਂ ਸਾਨੀ। ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ। ਜਦੋਂ ਚੌਕ ਚਾਂਦਨੀ ਵਿੱਚ ਪੈ ਗਿਆ ਹਨੇਰਾ, ਤਦ ਪਾਇਆ ਗੁਰੂ ਪਾਤਸ਼ਾਹ ਨੇ, ਤਦ ਪਾਇਆ ਗੁਰੂ ਪਾਤਸ਼ਾਹ ਨੇ ਦਿੱਲੀ ਵੱਲ ਫੇਰਾ। ਸ਼ਾਂਤ ਸ਼ਹੀਦੀ ਪਾ ਗਿਆ ਸਤਿਗੁਰ ਬ੍ਰਹਮ ਗਿਆਨੀ। ਧੰਨ ਗੁਰੂ 9ਵੇਂ ਪਾਤਸ਼ਾਹ, ਧੰਨ ਗੁਰੂ 9ਵੇਂ ਪਾਤਸ਼ਾਹ, ਤੇਰਾ ਕੋਈ ਨਹੀਂ ਸਾਨੀ। ਕੌਮ ਨੂੰ ਜਿਉਂਦਾ ਕਰ ਗਈ, ਕੌਮ ਨੂੰ ਜਿਉਂਦਾ ਕਰ ਗਈ ਤੇਰੀ ਧੰਨ ਕੁਰਬਾਨੀ, ਤੇਰੀ ਧੰਨ ਕੁਰਬਾਨੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਸਿੱਖ ਇਤਿਹਾਸ ਵਿੱਚ ਸ਼ਹੀਦੀਆਂ ਦਾ ਦੌਰ ਸ਼ੁਰੂ ਹੁੰਦਾ ਹੈ। ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਨੇ ਸਿੱਖਾਂ ਦੀ ਵੱਧਦੀ ਤਾਕਤ ਤੋਂ ਖਤਰਾ ਜਾਪਣ ਲੱਗਾ
ਟਕਰਾਓ ਲਾਜ਼ਮੀ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖ ਕੌਮ ਦੇ ਆਉਣ ਵਾਲੇ ਖਤਰਿਆਂ ਲਈ ਕੌਮ ਨੂੰ ਤਿਆਰ ਹੋਣ ਲਈ ਆਪਣੀ ਸ਼ਹਾਦਤ ਦੀ ਮਿਸਾਲ ਦਿੱਤੀ। ਇਸੇ ਸਿਲਸਿਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਅਤੇ ਗੁਰਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਆਪ 5 ਭਰਾਵਾਂ ਅਤੇ 1 ਭੈਣ ਤੋਂ ਛੋਟੇ ਸਨ। ਆਪ ਜੀ ਨੇ 9 ਸਾਲ ਦੀ ਉਮਰ ਤੱਕ ਅੰਮ੍ਰਿਤਸਰ ਵਿੱਚ ਗੁਜ਼ਾਰੀ। ਆਪ ਸੰਤ ਸੁਭਾਅ, ਗੰਭੀਰ ਵਿਚਾਰਾਂ ਵਾਲੇ, ਨਿਡਰ, ਬਹਾਦਰ ਅਤੇ ਤਿਆਗੀ ਸਨ। ਆਪ ਜੀ ਨੇ ਗੁਰਬਾਣੀ ਅਤੇ ਪ੍ਰਭੂ ਪਿਆਰ ਵਿੱਚ ਲੀਨ ਹੋ ਕੇ ਆਪਣੀਆਂ ਖਾਹਿਸ਼ਾਂ 'ਤੇ ਕਾਬੂ ਪਾ ਲਿਆ ਸੀ। ਗੁਰਮਤਿ ਵਿੱਦਿਆ ਦੇ ਨਾਲ ਨਾਲ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵਿੱਚ ਵੀ ਨਿਪੁੰਨ ਸਨ। ਗੁਰਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਲੜੀ ਕਰਤਾਰਪੁਰ ਦੀ ਜੰਗ ਵਿੱਚ ਆਪ ਨੇ ਬਹਾਦਰੀ ਦੇ ਅਜਿਹੇ ਜ਼ੋਰ ਵਿਖਾਏ ਕਿ ਆਪ ਜੀ ਦਾ ਨਾਂ ਤਿਆਗ ਮਲ ਤੋਂ ਤੇਗ ਬਹਾਦਰ ਹੋ ਗਿਆ। ਆਪ ਜੀ ਦਾ ਵਿਆਹ ਕਰਤਾਰਪੁਰ ਜਲੰਧਰ ਨਿਵਾਸੀ ਲਾਲ ਚੰਦ ਦੀ ਸੁਪੁੱਤਰੀ ਗੁਜਰੀ ਜੀ ਨਾਲ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ 22 ਦਸੰਬਰ 1666 ਨੂੰ ਹੋਇਆ। ਬੀਬੀ ਬਲਵਿੰਦਰ ਕੌਰ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਮਹਾਨ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਗੁਰੂ ਜੀ ਨੂੰ ਕੋਟਨ ਕੋਟ ਪ੍ਰਣਾਮ। ਹੁਣ ਮੈਂ ਆਪਣੀ ਲਿਖੀ ਹੋਈ ਕਵਿਤਾ ਆਪ ਜੀ ਨਾਲ ਸਾਂਝੀ ਕਰਨ ਜਾ ਰਹੀ ਹਾਂ। ਗੁਰੂ ਹਰਗੋਬਿੰਦ ਜੀ ਦਾ ਦੁਲਾਰਾ ਗੁਰੂ ਤੇਗ ਬਹਾਦਰ ਜੀ, ਆਓ ਰਲ ਮਿਲ ਧਿਆ ਲਈਏ ਇਸ ਰੱਬ ਨੂੰ ਕਰਕੇ ਮਨ ਇਕਾਗਰ ਜੀ। ਗੁਰੂ ਤੇਗ ਬਹਾਦਰ ਜੀ ਛੋਟੀ ਅਵਸਥਾ ਤੋਂ ਹੀ ਭਜਨ ਸਿਮਰਨ ਕਰਦੇ ਰਹਿੰਦੇ, ਸੰਤ ਸਰੂਪ ਸਦਾ ਹੀ ਸਮਾਧੀ ਲਾ ਕੇ ਬੈਠੇ ਰਹਿੰਦੇ। ਪਿਤਾ ਜੀ ਨੇ ਭੇਜ ਦਿੱਤਾ ਲਾਲ ਮਾਤਾ ਨਾਨਕੀ ਦੇ ਨਾਲ ਪਿੰਡ ਬਕਾਲੇ, ਜਾ ਕੇ ਨਾਨਕੇ ਘਰ ਗੁਰਾਂ ਨੇ ਭੋਰੇ ਵਿੱਚ ਡੇਰੇ ਲਾ ਲਏ। ਮੱਖਣ ਸ਼ਾਹ ਵੇਖ ਕੇ 22 ਮੰਜੀਆਂ, ਮੱਥਾ ਟੇਕਣ ਲੱਗਾ ਰੱਖ ਕੇ 5-5 ਮੋਹਰਾਂ। ਗੁਰੂ ਜੀ ਬੋਲੇ, ਜਦੋਂ ਡੁੱਬਦਾ ਬੇੜਾ ਬੰਨੇ ਲਾਇਆ, ਉਦੋਂ ਤੂੰ ਸੁਖੀਆਂ 500 ਮੋਹਰਾਂ। ਮੱਖਣ ਸ਼ਾਹ ਨੇ ਚੜ੍ਹ ਕੇ ਉੱਪਰ ਕੋਠੇ ਹੋਕਾ ਦੇ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਮੱਖਣ ਸ਼ਾਹ ਨੇ ਚੜ੍ਹ ਕੇ ਉੱਪਰ ਕੋਠੇ ਹੋਕਾ ਦੇ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਕੀਤੀ ਪੁਕਾਰ ਸੰਗਤਾਂ, ਗੁਰੂ ਜੀ ਆ ਕੇ ਬਾਹਰ ਨਜ਼ਰ ਮਿਹਰ ਦੀ ਪਾਵੋ ਰੇ। ਗੁਰੂ ਜੀ ਜਾ ਕੇ ਨਗਰਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਦੇ ਕੇ ਦਰਸ਼ਨ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਗੁਰਾਂ ਨੇ ਕੀਰਤਪੁਰ ਤੋਂ 5-6 ਮੀਲ ਦੂਰ ਜਾ ਡੇਰਾ ਲਾਇਆ। ਇਹ ਆਨੰਦਮਈ ਜਗ੍ਹਾ 'ਤੇ ਨੀਂਹ ਰੱਖ ਕੇ ਆਨੰਦਪੁਰ ਨਗਰ ਬਣਾਇਆ। ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ ਅੱਤ ਚੱਕੀ ਹਿੰਦੂ ਧਰਮ 'ਤੇ, ਕਸ਼ਮੀਰੀ ਪੰਡਿਤ ਜਾ ਪੁੱਜੇ ਗੁਰਾਂ ਦੀ ਸ਼ਰਨ 'ਚ। ਕੀਤੀ ਬੇਨਤੀ ਪੰਡਤਾਂ ਨੇ ਗੁਰਾਂ ਦੇ ਪਾਸ, ਹਿੰਦੂ ਧਰਮ ਬਚਾਉਣ ਲਈ ਅਸੀਂ ਰੱਖੀ ਆਪ ਜੀ 'ਤੇ ਆਸ। ਸੁਣ ਕੇ ਬੇਨਤੀ ਪੰਡਤਾਂ ਦੀ, ਬੋਲਿਆ ਗੁਰਾਂ ਦਾ ਲਾਲ ਗੋਬਿੰਦ ਰਾਏ, ਇਹਨਾਂ ਦੇ ਧਰਮ ਦੀ ਰਾਖੀ ਲਈ ਕੋਈ ਨਹੀਂ ਹੈ ਯੋਗ ਆਪ ਤੋਂ ਵਿਜਾਏ। ਸੁਣ ਕੇ ਬਚਨ ਬਾਲਿਕ ਦੇ ਗੁਰੂ ਜੀ ਬੜੇ ਪ੍ਰਸੰਨ ਹੋ ਗਏ, ਜ਼ੁਲਮ ਦਾ ਟਾਕਰਾ ਕਰਨ ਲਈ ਗੁਰੂ ਜੀ ਤਿਆਰ ਹੋ ਗਏ। ਗੁਰਾਂ ਨੇ ਜਾ ਕੇ ਦਿੱਲੀ ਦੇ ਦਿੱਤੀ ਕੁਰਬਾਨੀ ਆਪਣੇ ਸੀਸ ਦੀ, ਬਣ ਗਏ ਹਿੰਦ ਦੀ ਚਾਦਰ ਇਸ ਜੱਗ ਦੇ ਮਹਾਨ ਸ਼ਹੀਦ ਜੀ। ਗੁਰਾਂ ਨੇ ਜਾ ਕੇ ਦਿੱਲੀ ਦੇ ਦਿੱਤੀ ਕੁਰਬਾਨੀ ਆਪਣੇ ਸੀਸ ਦੀ, ਬਣ ਗਏ ਹਿੰਦ ਦੀ ਚਾਦਰ ਇਹ ਜੱਗ ਦੇ ਮਹਾਨ ਸ਼ਹੀਦ ਜੀ। ਨੌਵੇਂ ਪਾਤਸ਼ਾਹ ਮੇਰੇ, ਤੇਰੇ ਚਰਨਾਂ 'ਤੇ ਨਿਭਦਾ ਹੈ ਸੀਸ ਮੇਰਾ, ਬਖਸ਼ ਕੇ ਸੇਵਾ ਆਪਣੀ ਕਰਵਾ ਲੈ ਮੈਥੋਂ ਵਣਜ ਤੇਰਾ। ਨੌਵੇਂ ਪਾਤਸ਼ਾਹ ਮੇਰੇ, ਤੇਰੇ ਚਰਨਾਂ 'ਤੇ ਨਿਭਦਾ ਹੈ ਸੀਸ ਮੇਰਾ, ਬਖਸ਼ ਕੇ ਸੇਵਾ ਆਪਣੀ ਕਰਵਾ ਲੈ ਮੈਥੋਂ ਵਣਜ ਤੇਰਾ। ਭੁੱਲ ਚੁੱਕ ਮਾਫ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਜੋਤੀ ਜੋਤ ਸਮਾਨ ਵੇਲੇ ਆਪਣੇ ਤੋਂ ਬਾਅਦ ਗੁਰੂ ਬਾਰੇ ਬਾਬਾ ਵਸੇ ਗ੍ਰਾਮ ਬਕਾਲੇ ਦਾ ਇਸ਼ਾਰਾ ਦਿੱਤਾ। ਇਸ ਨੂੰ ਇੱਕ ਭੇਦ ਬਣਾ ਕੇ 22 ਗੁਰੂ ਹੋਣ ਦੇ ਦਾਅਵੇ ਧਾਤ ਬਣ ਬੈਠੇ। ਅੰਤ ਮੱਖਣ ਸ਼ਾਹ ਲਬਾਣਾ ਨੇ 20 ਮਾਰਚ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਹੋਣ ਦਾ ਭੇਦ ਖੋਲ੍ਹਿਆ। ਆਪ ਜੀ ਨੇ ਪ੍ਰਚਾਰਕ ਦੌਰੇ ਆਰੰਭ ਕੀਤੇ, ਆਨੰਦਪੁਰ ਨਗਰ ਵਸਾਇਆ। ਸਮਕਾਲੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੈਰ ਮੁਸਲਮਾਨਾਂ ਦੇ ਜਬਰੀ ਧਰਮ ਪਰਿਵਰਤਨ ਦੀ ਖੂਨੀ ਨੀਤੀ ਅਪਣਾਈ ਹੋਈ ਸੀ। ਉਹ ਪ੍ਰਜਾ 'ਤੇ ਮੁਸਲਮਾਨ ਬਣਨ ਲਈ ਤਸ਼ੱਦਦ ਕਰਦਾ ਸੀ। ਇਸ ਵਿਦਰੋਹ ਵਿੱਚ ਔਰੰਗਜ਼ੇਬ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਗੁਰੂ ਸਾਹਿਬ ਦੀ ਸ਼ਰਨ ਹੇਠ ਆਏ ਅਤੇ ਫਰਿਆਦ ਕੀਤੀ ਕਿ ਧਰਮ ਦੀ ਰੱਖਿਆ ਕਰੋ। ਸਮਰੱਥ ਗੁਰੂ ਜਾਣ ਗਏ ਸਨ ਕਿ ਔਰੰਗਜ਼ੇਬ ਦੇ ਜ਼ੁਲਮ ਦੀ ਹੱਦ ਮੁਕਾ ਦਿੱਤੀ ਹੈ। ਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾਇਆ ਕਿ ਨਾ ਕਿਸੇ ਨੂੰ ਡਰਾਓ ਅਤੇ ਨਾ ਕਿਸੇ ਤੋਂ ਡਰੋ। ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਤਲਬ ਕਰ ਲਿਆ। ਭਾਈ ਅਮਰਜੀਤ ਸਿੰਘ ਇਬਰਾਹਿਮਪੁਰੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ ਜੀ। ਸੋ ਗੱਜ ਵੱਜ ਕੇ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਕਮ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 'ਤੇ ਕੁਝ ਕਹਿਣ ਲਈ। ਸੋ ਮੈਂ ਕੁਛ ਕੁ ਲਾਈਨਾਂ ਲਿਖੀਆਂ ਜੋ ਆਪ ਦੇ ਚਰਨਾਂ ਵਿੱਚ ਪੇਸ਼ ਕਰਨ ਲੱਗਾ ਹਾਂ। ਸੋ ਅਰਜ਼ ਕਰਦਾ ਹਾਂ ਜੀ। ਮੂਰਤ ਤਿਆਗ ਦੀ ਤਿਆਗ ਮਲ ਨਾ ਜਿਸ ਦਾ, ਮੂਰਤ ਤਿਆਗ ਦੀ ਤਿਆਗ ਮਲ ਨਾ ਜਿਸ ਦਾ, ਧਨੀ ਤੇਗ ਦਾ ਤੇਗ ਬਹਾਦਰ ਸੀ ਉਹ। ਰਾਖਾ ਤਿਲਕ ਦੇ ਜੰਝੂ ਦਾ ਸਦੀ ਦਾ ਸੀ, ਰਾਖਾ ਧਰਮ ਦਾ ਹਿੰਦ ਦੀ ਚਾਦਰ ਸੀ ਉਹ। ਮੂਰਤ ਤਿਆਗ ਦੀ ਤਿਆਗ ਮਲ ਨਾ ਜਿਸ ਦਾ, ਧਨੀ ਤੇਗ ਦਾ ਤੇਗ ਬਹਾਦਰ ਸੀ ਉਹ। ਰਾਖਾ ਤਿਲਕ ਦੇ ਜੰਝੂ ਦਾ ਸਦੀ ਦਾ ਸੀ, ਰਾਖਾ ਧਰਮ ਦਾ ਹਿੰਦ ਦੀ ਚਾਦਰ ਸੀ ਉਹ। ਸਹਿਜ ਸ਼ਾਂਤੀ ਤੇ ਗਹਿਰ ਗੰਭੀਰਤਾ ਦਾ ਅਤੇ ਅਡੋਲਤਾ ਦਾ ਭਰਿਆ ਸਾਗਰ ਸੀ ਉਹ। ਚਿੱਤੇ ਪਹਿਰ ਉਹ ਬਾਣੀ ਵਿੱਚ ਲੀਨ ਰਹਿੰਦਾ, ਰਤਨਾ ਭਰੀ ਗਿਆਨ ਦੀ ਗਾਗਰ ਸੀ ਉਹ। ਮਸਲਾ ਲੈ ਕਸ਼ਮੀਰ ਦੇ ਪੰਡਤਾਂ ਦਾ, ਮਸਲਾ ਲੈ ਕਸ਼ਮੀਰ ਦੇ ਪੰਡਤਾਂ ਦਾ। ਬਾਬਾ ਚਾਂਦਨੀ ਚੌਕ ਵਿੱਚ ਜਾ ਬੈਠਾ, ਔਰੰਗਜ਼ੇਬ ਨੇ ਕਾਜੀ ਨੂੰ ਦੱਸਿਆ ਏ ਰਹਿਬਰ ਪੰਡਤਾਂ ਦਾ ਆਪ ਹੀ ਆ ਬੈਠਾ। ਕਾਜੀ ਆਖਿਆ ਬਾਬੇ ਦੇ ਕੋਲ ਜਾ ਕੇ, ਕਾਜੀ ਆਖਿਆ ਬਾਬੇ ਦੇ ਕੋਲ ਜਾ ਕੇ, ਕਿਹੜੀ ਗੱਲ ਦਾ ਤਾ ਤੂੰ ਖਾ ਬੈਠਾ, ਤੇਰੇ ਧਰਮ ਵਿੱਚ ਤਿਲਕ ਨੂੰ ਮਾਨਤਾ ਨਹੀਂ, ਐਵੇਂ ਝੱਜੂ ਤੂੰ ਜੰਝੂ ਦਾ ਪਾ ਬੈਠਾ। ਬਾਬੇ ਨਾਲ ਠਰਮੇ ਦੇ ਆਖਿਓ ਸੂ। ਕਾਜੀ ਦਾ ਤੇ ਬਾਬਾ ਜੀ ਦਾ ਦੋਨਾਂ ਦਾ ਸਵਾਲ ਜਵਾਬ ਹੈ ਜੀ ਕਿ ਇੱਕ ਬੰਦ ਵਿੱਚ। ਸੋ ਅਗਲੇ ਬੰਦ ਵਿੱਚ ਬਾਬਾ ਜੀ ਜਵਾਬ ਦਿੰਦੇ ਆ ਕਾਜੀ ਨੂੰ। ਬਾਬੇ ਨਾਲ ਠਰਮੇ ਦੇ ਆਖਿਓ ਸੂ, ਐਵੇਂ ਤੈਸ਼ ਵਿੱਚ ਕਾਜੀਆ ਆਈ ਦਾ ਨਹੀਂ, ਫੁੱਲ ਧਰਮ ਦਾ ਖਿੜੇ ਮਨੁੱਖਤਾ ਲਈ ਐਵੇਂ ਤੋੜ ਕੇ ਖਾਕ ਰਲਾਈ ਦਾ ਨਹੀਂ। ਸ਼ਰ੍ਹਾ ਤੇਰੀ ਵੀ ਇਹੋ ਤਸਲੀਮ ਕਰਦੀ, ਸ਼ਰ੍ਹਾ ਤੇਰੀ ਵੀ ਇਹੋ ਤਸਲੀਮ ਕਰਦੀ, ਖਲਕ ਖਾਲਕ ਦੀ ਕਦੇ ਰਸਾਈ ਦੀ ਨਹੀਂ। ਜੰਝੂ ਪੰਡਤਾਂ ਦੇ ਗਲੋਂ ਨਹੀਂ ਲੈਣ ਦੇਣੇ ਤਿਲਕ, ਭਾਵੇਂ ਅਸੀਂ ਮੱਥੇ ਲਗਾਈ ਦੀ ਨਹੀਂ।
ਕੋਲੇ ਹੋ ਗਿਆ ਕਾਜੀ ਦਲੀਲ ਸੁਣ ਕੇ, ਕੋਲੇ ਹੋ ਗਿਆ ਕਾਜੀ ਦਲੀਲ ਸੁਣ ਕੇ, ਕਹਿੰਦਾ ਜਾਨ ਕਿਉਂ ਜ਼ੋਖਮ ਵਿੱਚ ਪਾਉਣ ਲੱਗਾ, ਇਹਨਾਂ ਫਰੇਬੀਆਂ ਦਾ ਮਦਦਗਾਰ ਬਣ ਕੇ ਮੱਥਾ ਸ਼ਹਿਨਸ਼ਾਹ ਹਿੰਦ ਨਾਲ ਲਾਉਣ ਲੱਗਾ। ਬੁੱਤ ਪ੍ਰਸਤ ਮਕਾਰਾਂ ਦੀ ਜਾਨ ਦੇ ਕੇ, ਬੁੱਤ ਪ੍ਰਸਤ ਮਕਾਰਾਂ ਲਈ ਜਾਨ ਦੇ ਕੇ, ਪਿਆਰੇ ਪੁੱਤਾਂ ਤੋਂ ਸਿੱਖ ਬਣਵਾਉਣ ਲੱਗਾ, ਰਾਖੀ ਦੂਸਰੇ ਧਰਮ ਦੀ ਕਰਨ ਦੇ ਲਈ ਕਿਉਂ ਆਪਣਾ ਸੀਸ ਕਟਵਾਉਣ ਲੱਗਾ। ਅੱਗਿਓਂ ਫਿਰ ਮਹਾਰਾਜ ਜਵਾਬ ਦਿੰਦੇ ਉਹਨਾਂ ਨੂੰ, ਜਜ਼ਬਾ ਕੁਰਬਾਨੀ ਦਾ ਦਿਲ ਵਿੱਚ ਰੱਖਦੇ ਹਾਂ, ਜਜ਼ਬਾ ਕੁਰਬਾਨੀ ਦਾ ਦਿਲ ਵਿੱਚ ਰੱਖਦੇ ਹਾਂ, ਪਰਵਦਗਾਰ ਦਾ ਸ਼ੁਕਰ ਮਨਾਈਦਾ ਏ, ਜ਼ੁਲਮ ਕਿਸੇ ਤੇ ਹੁੰਦਾ ਨਹੀਂ ਜਰ ਸਕਦੇ, ਮੱਥਾ ਜ਼ਾਲਮ ਨਾਲ ਸਿੱਧਾ ਹੀ ਡਾਹੀਦਾ ਏ। ਭੈੜੇ ਕੰਮਾਂ ਤੋਂ ਵਰਜਦੇ ਰਹੀਏ ਸਭ ਨੂੰ, ਸਿੱਧੇ ਰਾਹ ਤੇ ਹਰ ਇੱਕ ਨੂੰ ਪਾਈਦਾ ਏ, ਪੈ ਕਿਸੇ ਦਾ ਕਾਜੀਆ ਮੰਨਦੇ ਨਹੀਂ, ਨਾ ਕਿਸੇ ਨੂੰ ਆਪ ਡਰਾਈਦਾ ਏ। ਭੈੜੇ ਕੰਮਾਂ ਤੋਂ ਵਰਜਦੇ ਰਹੀਏ ਸਭ ਨੂੰ, ਸਿੱਧੇ ਰਾਹ ਤੇ ਹਰ ਇੱਕ ਨੂੰ ਪਾਈਦਾ ਏ, ਪੈ ਕਿਸੇ ਦਾ ਕਾਜੀਆ ਮੰਨਦੇ ਨਹੀਂ, ਨਾ ਕਿਸੇ ਨੂੰ ਆਪ ਡਰਾਈਦਾ ਏ। ਇੰਨਾ ਸੁਣ ਕੇ ਕਾਜੀ ਨੂੰ ਰੋਹ ਚੜ੍ਹ ਗਿਆ ਤੇ ਉਹ ਗੁਰੂ ਸਾਹਿਬ ਦੇ ਵੱਲ ਨੂੰ ਜਿਸ ਤਰ੍ਹਾਂ ਕਹਿੰਦੇ ਹਨ ਵੀ ਅੱਖਾਂ ਲਾਲ ਕਰਕੇ ਕਹਿੰਦਾ ਵੀ ਤੇਰੇ ਸਾਹਮਣੇ ਜਦੋਂ ਤੇਰੇ ਸਿੱਖਾਂ ਨੂੰ ਤਸੀਹੇ ਦੇ ਕੇ ਮਰਵਾਇਆ, ਤੈਨੂੰ ਪਤਾ ਲੱਗ ਜਾਣਾ, ਤੂੰ ਕਹਿੰਦਾ ਮੈਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ, ਤੂੰ ਖੁਦ ਡਰੇਂਗਾ। ਤੇ ਸਭ ਤੋਂ ਪਹਿਲਾਂ ਕਹਿੰਦੇ ਅਸੀਂ ਦਿਆਲੇ ਨੂੰ ਦੇਗ ਵਿੱਚ ਕਾੜ ਕੇ ਤੁਹਾਡੇ ਸਾਹਮਣੇ ਸ਼ਹੀਦ ਕਰਾਂਗੇ। ਤਾਂ ਅੱਗੇ ਮਹਾਰਾਜ ਉਹਨੂੰ ਜਵਾਬ ਦਿੰਦੇ ਆ, ਜਦੋਂ ਕਾੜਿਆ ਦਿਆਲਾ ਤੂੰ ਦੇਗ ਅੰਦਰ, ਜਦੋਂ ਕਾੜਿਆ ਦਿਆਲਾ ਤੂੰ ਦੇਗ ਅੰਦਰ, ਦੇਖੀ ਪਿਆਰ ਨਾਲ ਕਿਵੇਂ ਉਹ ਦੇਖ ਲਵੀਂ ਤੂੰ ਪਿਆਰ ਨਾਲ ਕੜੇਗਾ ਉਹ, ਹਰ ਪਾਸੇ ਆਨੰਦ ਹੀ ਆਨੰਦ ਹੋਣਾ, ਜਦੋਂ ਬਾਣੀ ਆਨੰਦ ਸਾਹਿਬ ਪੜ੍ਹੇਗਾ ਉਹ। ਜਦੋਂ ਕਾੜਿਆ ਦਿਆਲਾ ਤੂੰ ਦੇਗ ਅੰਦਰ, ਦੇਖ ਲਵੀਂ ਤੂੰ ਪਿਆਰ ਨਾਲ ਕੜੇਗਾ ਉਹ, ਹਰ ਪਾਸੇ ਆਨੰਦ ਹੀ ਆਨੰਦ ਹੋਣਾ, ਜਦੋਂ ਬਾਣੀ ਆਨੰਦ ਸਾਹਿਬ ਪੜ੍ਹੇਗਾ ਉਹ। ਸਤੀ ਦਾਸ ਦਾ ਸਤ ਵੀ ਪਰਖ ਲਈ ਤੂੰ, ਸਤੀ ਹੋਣ ਲਈ ਰੂਹ ਵਿੱਚ ਸੜੇਗਾ ਉਹ, ਆਪਾ ਵਾਰ ਕੇ ਧਰਮ ਆਪਣੇ ਧਰਮ ਉੱਤੋਂ ਸੱਚਖੰਡ ਦੀਆਂ ਪੌੜੀਆਂ ਚੜ੍ਹੇਗਾ ਉਹ। ਸਤੀ ਦਾਸ ਦਾ ਸਤ ਵੀ ਪਰਖ ਲਈ ਤੂੰ, ਸਤੀ ਹੋਣ ਲਈ ਰੂਹ ਵਿੱਚ ਸੜੇਗਾ ਉਹ, ਆਪਾ ਵਾਰ ਕੇ ਆਪਣੇ ਧਰਮ ਉੱਤੋਂ ਸੱਚਖੰਡ ਦੀਆਂ ਪੌੜੀਆਂ ਚੜ੍ਹੇਗਾ ਉਹ। ਕੱਲ ਨੂੰ ਵੇਖ ਲਈ, ਮਤੀ ਦਾਸ ਜੀ ਦੀ ਦੂਸਰੇ ਦਿਨ ਸ਼ਹੀਦੀ ਹੋਈ ਸੀ, ਕੱਲ ਨੂੰ ਵੇਖ ਲਈ ਸੀਸ ਤੇ ਚੀਰ ਪਾ ਕੇ, ਕੱਲ ਨੂੰ ਦੇਖ ਲਈ ਸੀਸ ਤੇ ਚੀਰ ਪਾ ਕੇ, ਮਤੀ ਦਾਸ ਨੂੰ ਕਿਵੇਂ ਮੁਸਕਰਾਏਗਾ ਉਹ, ਤੇਰੇ ਜਲਾਦ ਦਾ ਜਿਗਰਾ ਨਾ ਡੋਲ ਜਾਵੇ, ਮਤੇ ਮੂੰਹ ਵਿੱਚ ਉਂਗਲਾਂ ਪਾਏਗਾ ਉਹ। ਜਿਉਂ-ਜਿਉਂ ਧਸੇਗਾ ਸੀਸ ਦੇ ਵਿੱਚ ਆਰਾ, ਜਿਉਂ-ਜਿਉਂ ਧਸੇਗਾ ਸੀਸ ਦੇ ਵਿੱਚ ਆਰਾ, ਤਿਉਂ-ਤਿਉਂ ਬਾਣੀ ਵਿੱਚ ਚੁੱਭੀਆਂ ਲਾਏਗਾ ਉਹ, ਕੋਲ ਖੜਾ ਔਰੰਗਾ ਵੀ ਕੰਬ ਉੱਠੂ, ਗੋਤੇ ਸੋਚ ਸਮੁੰਦਰ ਵਿੱਚ ਖਾਏਗਾ ਉਹ। ਜਦੋਂ ਦੂਸਰੇ ਦਿਨ ਮਤੀ ਦਾਸ ਜੀ ਦੀ ਸ਼ਹੀਦੀ ਹੋਣ ਲੱਗੀ ਤਾਂ ਆਰੇ ਥੱਲੇ ਬੈਠ ਕੇ ਜਦੋਂ ਸੀਸ ਤੇ ਚੀਰ ਪਾਉਣ ਲੱਗੇ, ਹਜੇ ਆਰਾ ਖਿੱਚਿਆ ਹੀ ਸੀਗੀ ਆ, ਤੇ ਮਤੀ ਦਾਸ ਅੱਗੇ ਉਹਨੂੰ ਰੋਕ ਕੇ ਕਹਿੰਦਾ, ਉਹ ਜਰਾ ਠਹਿਰ ਜਲਾਦਾ ਦੱਸ ਕਾਲ ਕਾਦੀ, ਜਰਾ ਠਹਿਰ ਜਲਾਦਾ ਦੱਸ ਕਾਲ ਕਾਦੀ, ਚੁੰਮ ਲੈਣ ਦੇ ਆਰੀ ਦੇ ਦੰਦਿਆਂ ਨੂੰ, ਮੇਰੇ ਸਿਦਕ ਨੂੰ ਇਹਨਾਂ ਨੇ ਪਰਖਣਾ ਏ, ਮੈਂ ਵੀ ਪਰਖ ਲਾਂ ਚੰਗਿਆਂ ਮੰਦਿਆਂ ਨੂੰ। ਇਹਨਾਂ ਪਿਆਰ ਨਾਲ ਖੋਪਰੀ ਚੀਰਨੀ ਏ, ਇਹਨਾਂ ਪਿਆਰ ਨਾਲ ਖੋਪਰੀ ਚੀਰਨੀ ਏ, ਤੂੰ ਵੀ ਵੇਖ ਲਈ ਖੂਨ ਨਾਲ ਰੰਗਿਆਂ ਨੂੰ, ਦੁਨੀਆ ਸਦਾ ਸ਼ਹੀਦਾਂ ਨੂੰ ਯਾਦ ਰੱਖੇ, ਪੈਣ ਲਾਹਣਤਾਂ ਸਦਾ ਔਰੰਗਿਆਂ ਨੂੰ। ਇਹਨਾਂ ਪਿਆਰ ਨਾਲ ਖੋਪਰੀ ਚੀਰਨੀ ਏ, ਤੂੰ ਵੀ ਦੇਖ ਲਈ ਖੂਨ ਨਾਲ ਰੰਗਿਆਂ ਨੂੰ, ਦੁਨੀਆ ਸਦਾ ਸ਼ਹੀਦਾਂ ਨੂੰ ਯਾਦ ਰੱਖੇ, ਪੈਣ ਲਾਹਣਤਾਂ ਸਦਾ ਔਰੰਗਿਆਂ ਨੂੰ। ਚੀਰਿਆ ਗਿਆ ਪਰ ਸਿਦਕ ਦਾ ਰਿਹਾ ਪੱਕਾ, ਚੀਰਿਆ ਗਿਆ ਪਰ ਸਿਦਕ ਦਾ ਰਿਹਾ ਪੱਕਾ,
ਉਹ ਜਰਾ ਵੀ ਥਿੜਕਿਆ ਡੋਲਿਆ ਨਾ, ਚੀਰ ਹੁੰਦਾ ਵੀ ਜਪ ਜੀ ਰਿਹਾ ਪੜਦਾ, ਮੂੰਹੋਂ ਸੀ ਤੱਕ ਮਤੀ ਦਾਸ ਬੋਲਿਆ ਨਾ। ਤਰ ਪਈਏ ਪਰ ਧਰਮ ਨੂੰ ਛੋਡੀਏ ਨਾ, ਤਰ ਪਈਏ ਪਰ ਧਰਮ ਨੂੰ ਛੋਡੀਏ ਨਾ, ਬਚਨ ਗੁਰੂ ਦਾ ਸਿੱਖ ਨੇ ਰੋਲਿਆ ਨਾ। ਹੱਕ ਸੱਚ ਲਈ ਸਦਾ ਹੀ ਜਾਨ ਵਾਰੇ, ਕੁਫਰ ਕਦੇ ਵੀ ਇਹਨਾਂ ਨੇ ਤੋਲਿਆ ਨਾ। ਮਤੀ ਦਾਸ ਦੀ ਸ਼ਹੀਦੀ ਤੋਂ ਬਾਅਦ ਅਗਲੇ ਦਿਨ ਸੱਚੇ ਸਤਿਗੁਰਾਂ ਕਾਜੀ ਵੰਗਾਰ ਦਿੱਤਾ, ਸੱਚੇ ਸਤਿਗੁਰਾਂ ਕਾਜੀ ਵੰਗਾਰ ਦਿੱਤਾ। ਆ ਜਾ ਪਰਖ ਲੈ, ਆ ਜਾ ਪਰਖ ਲੈ ਤੇਗ ਨੂੰ ਤੇਗ ਉੱਤੇ। ਸੱਚੇ ਸਤਿਗੁਰਾਂ ਕਾਜੀ ਵੰਗਾਰ ਦਿੱਤਾ, ਆ ਜਾ ਪਰਖ ਲੈ ਤੇਗ ਨੂੰ ਤੇਗ ਉੱਤੇ। ਤੇਰੀ ਤੇਗ ਨਹੀਂ ਤੇਗ ਨੂੰ ਪਰਖ ਸਕਦੀ, ਕੂੜ ਪਰਖ ਲੈ ਬੁੱਧ ਵਿਵੇਕ ਉੱਤੇ। ਸਾਡੇ ਸਬਰ ਸੰਤੋਖ ਤੇ ਸਿਦਕ ਪੱਲੇ, ਚੜਿਆ ਫਿਰੇ ਤੂੰ ਹੰਕਾਰ ਦੇ ਵੇਗ ਉੱਤੇ। ਬਾਬੇ ਸਾਡੇ ਸ਼ਹੀਦੀ ਦੀ ਜਾਚ ਦੱਸੀ, ਕਰੀਏ ਮਾਣ ਗੁਰੂ ਅਰਜਨ ਦੇਵ ਉੱਤੇ। ਮਕਤਲ ਸ਼ਾਨ ਸ਼ਹੀਦਾਂ ਦੀ ਮਰਦ ਮੰਨਦੇ, ਮਕਤਲ ਸ਼ਾਨ ਸ਼ਹੀਦਾਂ ਦੀ ਮਰਦ ਮੰਨਦੇ। ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ ਏ, ਨੌਵੇਂ ਨਾਨਕ ਨੇ ਜਿਸ ਥਾਂ ਸੀਸ ਦਿੱਤਾ, ਉੱਥੇ ਅੱਜ ਵੀ ਕੇਸਰੀ ਝੁੱਲਦਾ ਏ। ਸੀਸ ਵਾਰ ਕੇ ਸੀਸਗੰਜ ਕਾਇਮ ਕੀਤਾ, ਜਿੱਥੇ ਦਰ ਦਰਗਾਹ ਦਾ ਖੁੱਲ੍ਹਦਾ ਏ। ਇਬਰਾਹੀਮਪੁਰੀ ਲੋੜ ਦਾ ਧੂੜ ਜਿਸ ਦੀ, ਮਿਲਦਾ ਇੱਕ ਕਿਣਕਾ ਸ਼ਰਧਾ ਦੇ ਮੁੱਲ ਦਾ ਏ, ਮਿਲਦਾ ਇੱਕ ਕਿਣਕਾ ਸ਼ਰਧਾ ਦੇ ਮੁੱਲ ਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ, ਫੌਜ ਦੀ ਨਿਗਰਾਨੀ ਹੇਠ ਦਿੱਲੀ ਲਿਆਂਦਾ ਗਿਆ। ਗੁਰੂ ਸਾਹਿਬ ਜੀ ਦੇ ਨਾਲ ਗਏ ਸਿੱਖਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸਨ। ਉਹਨਾਂ ਨੂੰ ਵੀ ਕੈਦ ਕਰ ਲਿਆ ਗਿਆ। ਮੁਗਲਈ ਫਿਤਰਤ ਅਨੁਸਾਰ ਪਹਿਲਾਂ ਗੁਰੂ ਸਾਹਿਬ ਜੀ ਨੂੰ ਇਸਲਾਮ ਕਬੂਲ ਕਰ ਲੈਣ ਦੇ ਲਾਲਚ ਦਿੱਤੇ, ਫਿਰ ਡਰਾਵੇ ਅਤੇ ਕਤਲ ਕਰ ਦੇਣ ਦੀ ਧਮਕੀ ਦਿੱਤੀ। ਮੌਤ ਦੀ ਦਹਿਸ਼ਤ ਵਿਖਾ ਕੇ ਭੈਭੀਤ ਕਰਨ ਲਈ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ। ਭਾਈ ਦਿਆਲਾ ਜੀ ਨੂੰ ਉਬਲਦੀ ਵਲਟੋਈ ਵਿੱਚ ਸ਼ਹੀਦ ਕੀਤਾ। ਭਾਈ ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਸਾੜਦਿਆਂ ਸ਼ਹੀਦ ਕੀਤਾ। ਗੁਰੂ ਸਾਹਿਬ ਜੀ ਅਡੋਲ ਰਹੇ। ਇਹ ਅਣਮਨੁੱਖੀ ਤਸ਼ੱਦਦ ਵੀ ਗੁਰੂ ਸਾਹਿਬ ਜੀ ਦੇ ਨਿਸ਼ਚੇ ਨੂੰ ਡੇਗ ਨਹੀਂ ਸਕਿਆ। ਜਸਦੀਪ ਸਿੰਘ ਫਰੀਮੋਂਟ। ਬਹਿ ਕੇ ਦਿੱਲੀ ਦੇ ਵਿੱਚ ਕਸ਼ਮੀਰ ਖਾਤਰ, ਬਹਿ ਕੇ ਦਿੱਲੀ ਦੇ ਵਿੱਚ ਕਸ਼ਮੀਰ ਖਾਤਰ, ਜੇ ਕੋਈ ਠੀਕਰਾ ਸੀਸ ਦਾ ਫੋੜਦਾ ਨਾ, ਟੁੱਟਦੇ ਸਮੇਂ ਦੇ ਤਾਣਿਆਂ ਵਿੱਚ ਕੋਈ ਤੰਦ ਦਿੱਲੀ ਕਸ਼ਮੀਰ ਦਾ ਜੋੜਦਾ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਨੌਵੇਂ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ। ਮਹਾਰਾਜ ਦਾ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਵੱਲ ਰਵਾਨਾ ਹੋ ਗਏ ਅਤੇ ਲੱਖੀ ਸ਼ਾਹ ਵਣਜਾਰਾ ਮਹਾਰਾਜ ਦਾ ਧੜ ਚੁੱਕ ਕੇ ਲਿਜਾ ਰਹੇ ਹਨ। ਲੱਖੀ ਸ਼ਾਹ ਵਣਜਾਰਾ ਧੜ ਚੁੱਕ ਕੇ ਗੁਰੂ ਨੌਵੇਂ ਦਾ, ਲੱਖੀ ਸ਼ਾਹ ਵਣਜਾਰਾ ਧੜ ਚੁੱਕ ਕੇ ਗੁਰੂ ਨੌਵੇਂ ਦਾ। ਆਪਣੇ ਘਰ ਦੇ ਵੱਲ ਨੂੰ ਜਾਂਦਾ ਮੰਜ਼ਲਾਂ ਮਾਰੀ, ਆਪਣੇ ਘਰ ਦੇ ਵੱਲ ਨੂੰ ਜਾਂਦਾ ਮੰਜ਼ਲਾਂ ਮਾਰੀ। ਰੱਖ ਕੇ ਗੋਡੇ ਉੱਪਰ ਅੱਗੇ ਪਿੱਛੇ ਵੇਖ ਰਿਹਾ, ਰੱਖ ਕੇ ਗੋਡੇ ਉੱਪਰ ਅੱਗੇ ਪਿੱਛੇ ਵੇਖ ਰਿਹਾ।
ਮੈਨੂੰ ਵੇਖ ਲਵੇ ਨਾ ਬੰਦਾ ਕੋਈ ਸਰਕਾਰੀ। ਹੰਝੂ ਕੇਰ ਰਿਹਾ ਜਿਉਂ ਵਰਖਾ ਹੁੰਦੀ ਅੰਬਰਾਂ ਤੋਂ, ਹੰਝੂ ਕੇਰ ਰਿਹਾ ਜਿਉਂ ਵਰਖਾ ਹੁੰਦੀ ਅੰਬਰ ਤੋਂ। ਤੜਫੇ ਅੰਦਰੋਂ ਅੰਦਰੀ ਜਾਵੇ ਭੁੱਬਾਂ ਮਾਰੀ, ਤੜਫੇ ਅੰਦਰੋਂ ਅੰਦਰੀ ਜਾਵੇ ਭੁੱਬਾਂ ਮਾਰੀ। ਭਾਵੇਂ ਸਾਰੀ ਪੂੰਜੀ ਲੱਗ ਜਾਏ ਮੇਰੀ ਜ਼ਿੰਦਗੀ ਦੀ, ਭਾਵੇਂ ਸਾਰੀ ਪੂੰਜੀ ਲੱਗ ਜਾਏ ਮੇਰੀ ਜ਼ਿੰਦਗੀ ਦੀ। ਪਿੱਛੇ ਨਹੀਂ ਹਟਾਂਗਾ ਸ਼ਾਨ ਮਨ ਵਿੱਚ ਧਾਰੀ, ਪਿੱਛੇ ਨਹੀਂ ਹਟਾਂਗਾ ਸ਼ਾਨ ਮਨ ਵਿੱਚ ਧਾਰੀ। ਘਰ ਵਿੱਚ ਪਹੁੰਚਿਆ ਰੱਖਿਆ ਮੰਜੇ ਉੱਪਰ ਸਰੀਰ ਨੂੰ, ਘਰ ਵਿੱਚ ਪਹੁੰਚ ਕੇ ਰੱਖਿਆ ਮੰਜੇ ਉੱਪਰ ਸਰੀਰ ਨੂੰ। ਅਰੀਜਾਂ ਨਾਲ ਵੇਖਦਾ ਦਰਸ਼ਨ ਜਾਂਦੀ ਵਾਰੀ, ਅਰੀਜਾਂ ਨਾਲ ਵੇਖਦਾ ਦਰਸ਼ਨ ਜਾਂਦੀ ਵਾਰੀ। ਲਾਂਬੂ ਲਾਤਾ ਘਰ ਨੂੰ, ਲਾਂਬੂ ਲਾਤਾ ਘਰ ਨੂੰ ਮਾਇਆ ਮਨੋਂ ਵਿਸਾਰ ਕੇ। ਸਿੱਖ ਨੇ ਸਿੱਖੀ ਸਮਝੀ ਜਾਨੋਂ ਵੱਧ ਪਿਆਰੀ, ਸਿੱਖ ਨੇ ਸਿੱਖੀ ਸਮਝੀ ਜਾਨੋਂ ਵੱਧ ਪਿਆਰੀ। ਤੇਗ ਬਹਾਦਰ ਸਿੱਠ ਦੀ ਚਾਦਰ ਬਣ ਮਜ਼ਲੂਮਾਂ ਲਈ, ਤੇਗ ਬਹਾਦਰ ਸਿੱਠ ਦੀ ਚਾਦਰ ਬਣ ਮਜ਼ਲੂਮਾਂ ਲਈ। ਹਿੰਦੂ ਧਰਮ ਦੇ ਬਦਲੇ ਜਾਨ ਆਪਣੀ ਵਾਰੀ, ਹਿੰਦੂ ਧਰਮ ਦੇ ਬਦਲੇ ਜਾਨ ਆਪਣੀ ਵਾਰੀ। ਕਮਲ ਜੀਤ ਕਰੇਗਾ ਕੀ ਦੁਨੀਆ ਦੇ ਅੰਦਰ ਤੂੰ, ਕਮਲ ਜੀਤ ਕਰੇਗਾ ਕੀ ਦੁਨੀਆ ਦੇ ਅੰਦਰ ਤੂੰ। ਧੀਆਂ ਪੁੱਤਰਾਂ ਦੇ ਲਈ ਸਾਰੀ ਉਮਰ ਗੁਜ਼ਾਰੀ, ਧੀਆਂ ਪੁੱਤਰਾਂ ਦੇ ਲਈ ਸਾਰੀ ਉਮਰ ਗੁਜ਼ਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।